ਹਰਚਰਨ ਦੇ ਲਾਪਤਾ ਹੋਣ ਦੀ ਖਬਰ ਜਦੋਂ ਪਰਿਵਾਰਕ ਮੈਂਬਰ ਲਿਖਵਾਉਣ ਜਾ ਰਹੇ ਸਨ ਤਾਂ ਉਹਨਾਂ ਨੂੰ ਉਸ ਸਮੇਂ ਮਿਸਿੰਗ ਦੀ ਥਾਂ ਤੇ ਇਹ ਪਤਾ ਚੱਲ ਗਿਆ ਕਿ ਉਹਨਾਂ ਦੇ ਮੁੰਡੇ ਦੀ ਲਾਸ਼ ਮਿਲ ਚੁੱਕੀ ਹੈ। ਹਰਚਰਨ ਦੀ ਲਾਸ਼ ਮਿਲਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ, ਜਿਸ ਨੂੰ ਲੈ ਕੇ ਉਹਨਾਂ ਸਵਾਲਾਂ ਦੇ ਜਵਾਬ ਵੀ ਮੰਗੇ ਗਏ ਨੇ। ਇਸ ਮਾਮਲੇ ਦੇ ਵਿੱਚ ਸਭ ਤੋਂ ਪਹਿਲਾਂ ਦੋਸਤਾਂ ਦੇ ਨਾਲ ਗੱਲਬਾਤ ਕੀਤੀ ਗਈ ਸੀ। ਦੋਸਤਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਕੁੜੀ ਦੇ ਵੱਲੋਂ ਪਹਿਲਾਂ ਫੋਨ ਕੀਤਾ ਗਿਆ। ਉਸ ਤੋਂ ਬਾਅਦ ਹਰਚਰਨ ਸਿੰਘ ਆਪਣੇ ਘਰਦਿਆਂ ਨੂੰ ਝੂਠ ਬੋਲ ਕੇ ਗੁਰਦੁਆਰਾ ਸਾਹਿਬ ਦਾ ਕਹਿ ਕੇ ਘਰੋਂ ਨਿਕਲ ਜਾਂਦਾ ਹੈ। ਰਸਤੇ ਦੇ ਵਿੱਚ ਇਹਨਾਂ ਦੋਵਾਂ ਦੋਸਤਾਂ ਨੂੰ ਪਿਕ ਕਰਦਾ ਹੈ ਅਤੇ ਉਸ ਤੋਂ ਬਾਅਦ ਕੁੜੀ ਦੇ ਪਿੰਡ ਪਹੁੰਚ ਜਾਂਦਾ ਹੈ। ਦੋਸਤਾਂ ਨੂੰ ਕਹਿੰਦਾ ਹੈ ਕਿ ਮੈਂ ਜਲਦੀ ਹੀ ਤੁਹਾਨੂੰ ਫੋਨ ਕਰਾਂਗਾ ਅਤੇ ਉਸ ਸਮੇਂ ਤੁਸੀਂ ਮੈਨੂੰ ਆ ਕੇ ਲੈ ਜਾਇਓ। ਦੱਸਦੇ ਕਿ ਇਸ ਮਾਮਲੇ ਸੰਬੰਧੀ ਹਰਚਰਨ ਦੇ ਵੱਲੋਂ ਦੋਸਤਾਂ ਨੂੰ ਦੱਸਿਆ ਗਿਆ ਸੀ ਕਿ ਉਹ ਕੁੜੀ ਨੂੰ ਮਿਲਣ ਜਾਣਾ ਤਾਂ ਨਹੀਂ ਚਾਹੁੰਦਾ, ਪਰ ਉਹਨੂੰ ਜਾਣਾ ਪਵੇਗਾ, ਕਿਉਂਕਿ ਕੁੜੀ ਦੇ ਵੱਲੋਂ ਇਹ ਧਮਕੀ ਦਿੱਤੀ ਜਾ ਰਹੀ ਸੀ ਕਿ ਜੇਕਰ ਹਰਚਰਨ ਨਹੀਂ ਆਇਆ ਤਾਂ ਉਹ ਆਤਮ ਹੱਤਿਆ ਕਰ ਲਵੇਗੀ। ਮਜਬੂਰੀ ਦੇ ਵਿੱਚ ਹਰਚਰਨ ਆਪਣੇ ਘਰ ਤੋਂ ਬਾਹਰ ਦੋਸਤਾਂ ਨੂੰ ਨਾਲ ਲੈ ਕੇ ਉਸ ਕੁੜੀ ਦੇ ਪਿੰਡ ਪਹੁੰਚ ਜਾਂਦਾ ਹੈ। ਉਸ ਤੋਂ ਬਾਅਦ ਹੁਣ ਜਦੋਂ ਹਰਚਰਨ ਦੀ ਲਾਸ਼ ਮਿਲੀ ਸੀ ਤਾਂ ਦੋਸਤਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਦੇ ਵੱਲੋਂ ਇੰਨੀ ਦੇਰੀ ਦੇ ਨਾਲ ਪਰਿਵਾਰਕ ਮੈਂਬਰਾਂ ਨੂੰ ਸੰਪਰਕ ਕਿਉਂ ਕੀਤਾ ਗਿਆ। ਦੱਸਦੇ ਤੁਹਾਨੂੰ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਦੋਸਤ ਹਰਚਰਨ ਦੇ ਨਾਲ ਗਏ ਸਨ, ਉਹਨਾਂ ਦੇ ਵੱਲੋਂ ਹਰਚਰਨ ਦੇ ਪਰਿਵਾਰਕ ਮੈਂਬਰਾਂ ਨੂੰ ਕੁਝ ਨਹੀਂ ਦੱਸਿਆ ਗਿਆ। ਹਰਚਰਨ ਦੇ ਮਰਨ ਤੋਂ ਬਾਅਦ ਵੀ ਨਹੀਂ ਦੱਸਿਆ ਗਿਆ ਕਿ ਆਖਿਰਕਾਰ ਇਹ ਸਾਰੀ ਘਟਨਾ ਵਾਪਰੀ ਕਿਵੇਂ। ਕਿਸੇ ਤੀਸਰੇ ਮੁੰਡੇ ਦੇ ਰਾਹੀਂ ਘਰ ਪਰਿਵਾਰ ਵਾਲਿਆਂ ਨੂੰ ਇਸ ਸਾਰੀ ਘਟਨਾ ਦੇ ਬਾਰੇ ਪਤਾ ਲੱਗਿਆ ਸੀ। ਉਹਨਾਂ ਦੋਵਾਂ ਦੋਸਤਾਂ ਨੇ ਹਰਚਰਨ ਦੇ ਪਰਿਵਾਰਕ ਮੈਂਬਰਾਂ ਨੂੰ, ਮਾਪਿਆਂ ਨੂੰ ਕੁਝ ਵੀ ਨਹੀਂ ਦੱਸਿਆ। ਦੱਸਦੀ ਹੈ ਕਿ ਕਿਸੇ ਤੀਸਰੇ ਮੁੰਡੇ ਦੇ ਵੱਲੋਂ ਦੱਸਿਆ ਗਿਆ ਸੀ ਕਿ ਉਸਦੇ ਦੋਸਤ ਡਰ ਗਏ ਸਨ, ਇਸ ਕਰਕੇ ਉਹ ਨਹੀਂ ਦੱਸ ਪਾ ਰਹੇ ਸਨ। ਇਹ ਵੀ ਗੱਲ ਸਾਹਮਣੇ ਆਈ ਕਿ ਦੋਸਤ ਸੋਚ ਰਹੇ ਸਨ ਕਿ ਹੋ ਸਕਦਾ ਹੈ ਕਿ ਹਰਚਰਨ ਨੂੰ ਕੁੜੀ ਦੇ ਘਰਦਿਆਂ ਨੇ ਫੜ ਲਿਆ ਹੋਵੇ ਅਤੇ ਕੁਝ ਹੀ ਸਮੇਂ ਬਾਅਦ ਉਹਨੂੰ ਛੱਡ ਦੇਣਗੇ। ਇਸ ਕਰਕੇ ਵੀ ਉਹਨਾਂ ਨੇ ਘਰ ਪਰਿਵਾਰਕ ਮੈਂਬਰਾਂ ਨੂੰ ਦੱਸਣਾ ਸਹੀ ਨਹੀਂ ਸਮਝਿਆ ਸੀ। ਪਰ ਦੋਸਤਾਂ ਤੇ ਇਲਜ਼ਾਮ ਲੱਗੇ ਕਿ ਜੇਕਰ ਉਹ ਸਮਾਂ ਰਹਿੰਦੇ ਘਰਦਿਆਂ ਨੂੰ ਦੱਸ ਦਿੰਦੇ ਤਾਂ ਕੋਈ ਕਾਰਵਾਈ ਹੋ ਸਕਦੀ ਸੀ ਅਤੇ ਮੁੰਡੇ ਦੀ ਜਾਨ ਵੀ ਬਚਾਈ ਜਾ ਸਕਦੀ ਸੀ। ਹਰਚਰਨ ਦੀ ਮੌਤ ਨੂੰ ਲੈ ਕੇ ਦੋਸਤਾਂ ਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲੱਗੇ ਅਤੇ ਕਿਹਾ ਗਿਆ ਕਿ ਆਖਿਰਕਾਰ ਉਹਨਾਂ ਨੇ ਹਰਚਰਨ ਦਾ ਸਾਥ ਸਹੀ ਤਰੀਕੇ ਦੇ ਨਾਲ ਕਿਉਂ ਨਹੀਂ ਦਿੱਤਾ। ਦੋਸਤਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਡਰ ਗਏ ਸਨ, ਜਿਸ ਕਰਕੇ ਉਹ ਸਹੀ ਤਰੀਕੇ ਨਾਲ ਗੱਲ ਨੂੰ ਪਹਿਲਾਂ ਨਹੀਂ ਦੱਸ ਪਾਏ। ਪਰਿਵਾਰਕ ਮੈਂਬਰ ਆਪਣਾ ਮੁੰਡਾ ਲੱਭਦੇ ਰਹੇ ਤੇ ਇੱਧਰ ਦੂਸਰੇ ਪਾਸੇ ਖਬਰ ਸਾਹਮਣੇ ਆਈ ਕਿ ਉਹਨਾਂ ਦੇ ਮੁੰਡੇ ਦੀ ਲਾਸ਼ ਮਿਲੀ ਹੈ। ਹਰਚਰਨ ਨੂੰ ਲੱਭਣ ਦੇ ਲਈ ਪਰਿਵਾਰਕ ਮੈਂਬਰ ਬਾਕੀ ਰਿਸ਼ਤੇਦਾਰਾਂ ਅਤੇ ਪਿੰਡ ਵਾਲਿਆਂ ਨੂੰ ਲੈ ਕੇ ਭਾਲ ਕਰਦੇ ਰਹੇ। ਦੋ ਟੁਕੜਿਆਂ ਦੇ ਵਿੱਚ ਕੁਝ ਲੋਕਾਂ ਨੂੰ ਵੰਡ ਕੇ ਇਹ ਹਰਚਰਨ ਨੂੰ ਲੱਭਣ ਅਤੇ ਪੁਲਿਸ ਨੂੰ ਰਿਪੋਰਟ ਲਿਖਵਾਉਣ ਤੁਰ ਪਏ। ਪਰ ਉਸ ਤੋਂ ਬਾਅਦ ਵੀ ਜਦੋਂ ਹਰਚਰਨ ਸਿੰਘ ਨਹੀਂ ਮਿਲਿਆ ਅਤੇ ਮਿਸਿੰਗ ਦੀ ਰਿਪੋਰਟ ਲਿਖਵਾਉਣ ਦੀ ਗੱਲ ਕੀਤੀ ਜਾ ਰਹੀ ਸੀ, ਪਰ ਐਨ ਉਸੇ ਮੌਕੇ ਪਤਾ ਚੱਲਿਆ ਕਿ ਹਰਚਰਨ ਦੀ ਲਾਸ਼ ਮਿਲ ਚੁੱਕੀ ਹੈ। ਦੋਸਤਾਂ ਦੇ ਵੱਲੋਂ ਲੇਟ ਦੱਸਣ ਦਾ ਕਾਰਨ ਇਹ ਸੀ ਕਿ ਉਹ ਡਰ ਗਏ ਸਨ। ਕਿਸੇ ਤੀਸਰੇ ਦੋਸਤ ਦੇ ਵੱਲੋਂ ਇਹ ਸਾਰੀ ਜਾਣਕਾਰੀ ਹਰਚਰਨ ਦੇ ਮਾਪਿਆਂ ਨੂੰ ਦਿੱਤੀ ਗਈ ਸੀ। ਉਹਨਾਂ ਨੇ ਹਰਚਰਨ ਦੇ ਬਾਰੇ ਕੁਝ ਵੀ ਨਹੀਂ ਦੱਸਿਆ ਸੀ। ਜਿਹੜੇ ਮੁੰਡੇ ਨਾਲ ਹਰਚਰਨ ਨੂੰ ਕੁੜੀ ਦੇ ਪਿੰਡ ਲੈ ਕੇ ਗਏ ਸਨ, ਟੀਮਾਂ ਬਣਾ ਕੇ ਘੁੰਮਦਾ ਪਰਿਵਾਰ ਆਪਣੇ ਮੁੰਡੇ ਹਰਚਰਨ ਨੂੰ ਲੱਭਦਾ ਰਿਹਾ, ਪਰ ਹਰਚਰਨ ਦੀ ਲਾਸ਼ ਬਰਾਮਦ ਹੋਈ। ਲਾਸ਼ ਮਿਲਣ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜੀ ਕਾਰਗੁਜ਼ਾਰੀ ਕੀਤੀ ਗਈ ਹੈ, ਜਿਹੜੀ ਕਾਰਵਾਈ ਕੀਤੀ ਗਈ ਹੈ, ਉਸ ਤੋਂ ਨਾਖੁਸ਼ ਪਰਿਵਾਰ ਦੇ ਵੱਲੋਂ ਇੱਕ ਐਪਲੀਕੇਸ਼ਨ ਲਿਖ ਦਿੱਤੀ ਗਈ ਕਿ ਇਹ ਸਾਰਾ ਮਾਮਲਾ ਕਿਸੇ ਹੋਰ ਕੋਲ ਸੌਂਪਿਆ ਜਾਣਾ ਚਾਹੀਦਾ ਹੈ। ਪੁਲਿਸ ਨੇ ਵੀ ਸਹਿਯੋਗ ਦਿੰਦੇ ਹੋਏ ਇਸੇ ਤਰ੍ਹਾਂ ਹੀ ਕੀਤਾ ਅਤੇ ਮਾਮਲਾ ਹੁਣ ਕ੍ਰਾਈਮ ਬ੍ਰਾਂਚ ਅਤੇ ਸਿਟ ਦੇ ਕੋਲ ਹੈ। ਦੱਸਦੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਹੀ ਰਿਪੋਰਟ ਸਾਹਮਣੇ ਆਵੇਗੀ, ਜਿਸ ਦੇ ਵਿੱਚ ਹੁਣ ਕਿਸ ਤਰ੍ਹਾਂ ਦੇ ਨਾਲ ਤਫਤੀਸ਼ ਕੀਤੀ ਗਈ ਹੈ ਇਹ ਵੀ ਪਤਾ ਲੱਗੇਗਾ। ਉਸੇ ਆਧਾਰ ਤੇ ਅੱਗੇ ਦੀ ਕਾਰਵਾਈ ਹੋਵੇਗੀ। ਦੇਖਣਾ ਹੋਵੇਗਾ ਕਿ ਹਰਚਰਨ ਅਤੇ ਉਸਦੇ ਪਰਿਵਾਰ ਨੂੰ ਇਨਸਾਫ ਮਿਲਦਾ ਹੈ ਜਾਂ ਫਿਰ ਨਹੀਂ। ਚਰਨ ਦੇ ਲਾਪਤਾ ਹੋਣ ਦੀ ਖਬਰ ਜਦੋਂ ਪਰਿਵਾਰਕ ਮੈਂਬਰ ਲਿਖਵਾਉਣ ਜਾ ਰਹੇ ਸਨ ਤਾਂ ਉਹਨਾਂ ਨੂੰ ਉਸ ਸਮੇਂ ਮਿਸਿੰਗ ਦੀ ਥਾਂ ਤੇ ਇਹ ਪਤਾ ਚੱਲ ਗਿਆ ਕਿ ਉਹਨਾਂ ਦੇ ਮੁੰਡੇ ਦੀ ਲਾਸ਼ ਮਿਲ ਚੁੱਕੀ ਹੈ। ਹਰਚਰਨ ਦੀ ਲਾਸ਼ ਮਿਲਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ, ਜਿਸ ਨੂੰ ਲੈ ਕੇ ਉਹਨਾਂ ਸਵਾਲਾਂ ਦੇ ਜਵਾਬ ਵੀ ਮੰਗੇ ਗਏ ਨੇ। ਇਸ ਮਾਮਲੇ ਦੇ ਵਿੱਚ ਸਭ ਤੋਂ ਪਹਿਲਾਂ ਦੋਸਤਾਂ ਦੇ ਨਾਲ ਗੱਲਬਾਤ ਕੀਤੀ ਗਈ ਸੀ। ਦੋਸਤਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਕੁੜੀ ਦੇ ਵੱਲੋਂ ਪਹਿਲਾਂ ਫੋਨ ਕੀਤਾ ਗਿਆ। ਉਸ ਤੋਂ ਬਾਅਦ ਹਰਚਰਨ ਸਿੰਘ ਆਪਣੇ ਘਰਦਿਆਂ ਨੂੰ ਝੂਠ ਬੋਲ ਕੇ ਗੁਰਦੁਆਰਾ ਸਾਹਿਬ ਦਾ ਕਹਿ ਕੇ ਘਰੋਂ ਨਿਕਲ ਜਾਂਦਾ ਹੈ। ਰਸਤੇ ਦੇ ਵਿੱਚ ਇਹਨਾਂ ਦੋਵਾਂ ਦੋਸਤਾਂ ਨੂੰ ਪਿਕ ਕਰਦਾ ਹੈ ਅਤੇ ਉਸ ਤੋਂ ਬਾਅਦ ਕੁੜੀ ਦੇ ਪਿੰਡ ਪਹੁੰਚ ਜਾਂਦਾ ਹੈ। ਦੋਸਤਾਂ ਨੂੰ ਕਹਿੰਦਾ ਹੈ ਕਿ ਮੈਂ ਜਲਦੀ ਹੀ ਤੁਹਾਨੂੰ ਫੋਨ ਕਰਾਂਗਾ
ਅਤੇ ਉਸ ਸਮੇਂ ਤੁਸੀਂ ਮੈਨੂੰ ਆ ਕੇ ਲੈ ਜਾਇਓ। ਦੱਸਦੇ ਕਿ ਇਸ ਮਾਮਲੇ ਸੰਬੰਧੀ ਹਰਚਰਨ ਦੇ ਵੱਲੋਂ ਦੋਸਤਾਂ ਨੂੰ ਦੱਸਿਆ ਗਿਆ ਸੀ ਕਿ ਉਹ ਕੁੜੀ ਨੂੰ ਮਿਲਣ ਜਾਣਾ ਤਾਂ ਨਹੀਂ ਚਾਹੁੰਦਾ, ਪਰ ਉਹਨੂੰ ਜਾਣਾ ਪਵੇਗਾ ਕਿਉਂਕਿ ਕੁੜੀ ਦੇ ਵੱਲੋਂ ਇਹ ਧਮਕੀ ਦਿੱਤੀ ਜਾ ਰਹੀ ਸੀ ਕਿ ਜੇਕਰ ਹਰਚਰਨ ਨਹੀਂ ਆਇਆ ਤਾਂ ਉਹ ਆਤਮ ਹੱਤਿਆ ਕਰ ਲਵੇਗੀ। ਮਜਬੂਰੀ ਦੇ ਵਿੱਚ ਹਰਚਰਨ ਆਪਣੇ ਘਰ ਤੋਂ ਬਾਹਰ ਦੋਸਤਾਂ ਨੂੰ ਨਾਲ ਲੈ ਕੇ ਉਸ ਕੁੜੀ ਦੇ ਪਿੰਡ ਪਹੁੰਚ ਜਾਂਦਾ ਹੈ। ਉਸ ਤੋਂ ਬਾਅਦ ਹੁਣ ਜਦੋਂ ਹਰਚਰਨ ਦੀ ਲਾਸ਼ ਮਿਲੀ ਸੀ ਤਾਂ ਦੋਸਤਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਦੇ ਵੱਲੋਂ ਇੰਨੀ ਦੇਰੀ ਦੇ ਨਾਲ ਪਰਿਵਾਰਕ ਮੈਂਬਰਾਂ ਨੂੰ ਸੰਪਰਕ ਕਿਉਂ ਕੀਤਾ ਗਿਆ। ਦੱਸਦੀ ਤੁਹਾਨੂੰ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਦੋਸਤ ਹਰਚਰਨ ਦੇ ਨਾਲ ਗਏ ਸਨ, ਉਹਨਾਂ ਦੇ ਵੱਲੋਂ ਹਰਚਰਨ ਦੇ ਪਰਿਵਾਰਕ ਮੈਂਬਰਾਂ ਨੂੰ ਕੁਝ ਨਹੀਂ ਦੱਸਿਆ ਗਿਆ। ਹਰਚਰਨ ਦੇ ਮਰਨ ਤੋਂ ਬਾਅਦ ਵੀ ਨਹੀਂ ਦੱਸਿਆ ਗਿਆ ਕਿ ਆਖਿਰਕਾਰ ਇਹ ਸਾਰੀ ਘਟਨਾ ਵਾਪਰੀ ਕਿਵੇਂ। ਕਿਸੇ ਤੀਸਰੇ ਮੁੰਡੇ ਦੇ ਰਾਹੀਂ ਘਰ ਪਰਿਵਾਰ ਵਾਲਿਆਂ ਨੂੰ ਇਸ ਸਾਰੀ ਘਟਨਾ ਦੇ ਬਾਰੇ ਪਤਾ ਲੱਗਿਆ ਸੀ। ਉਹਨਾਂ ਦੋਵਾਂ ਦੋਸਤਾਂ ਨੇ ਹਰਚਰਨ ਦੇ ਪਰਿਵਾਰਕ ਮੈਂਬਰਾਂ ਨੂੰ, ਮਾਪਿਆਂ ਨੂੰ ਕੁਝ ਵੀ ਨਹੀਂ ਦੱਸਿਆ। ਦੱਸਦੀ ਕਿ ਕਿਸੇ ਤੀਸਰੇ ਮੁੰਡੇ ਦੇ ਵੱਲੋਂ ਦੱਸਿਆ ਗਿਆ ਸੀ ਕਿ ਉਸਦੇ ਦੋਸਤ ਡਰ ਗਏ ਸਨ, ਇਸ ਕਰਕੇ ਉਹ ਨਹੀਂ ਦੱਸ ਪਾ ਰਹੇ ਸਨ। ਇਹ ਵੀ ਗੱਲ ਸਾਹਮਣੇ ਆਈ ਕਿ ਦੋਸਤ ਸੋਚ ਰਹੇ ਸਨ ਕਿ ਹੋ ਸਕਦਾ ਹੈ ਕਿ ਹਰਚਰਨ ਨੂੰ ਕੁੜੀ ਦੇ ਘਰਦਿਆਂ ਨੇ ਫੜ ਲਿਆ ਹੋਵੇ ਅਤੇ ਕੁਝ ਹੀ ਸਮੇਂ ਬਾਅਦ ਉਹਨੂੰ ਛੱਡ ਦੇਣਗੇ। ਇਸ ਕਰਕੇ ਵੀ ਉਹਨਾਂ ਨੇ ਘਰ ਪਰਿਵਾਰਕ ਮੈਂਬਰਾਂ ਨੂੰ ਦੱਸਣਾ ਸਹੀ ਨਹੀਂ ਸਮਝਿਆ ਸੀ। ਪਰ ਦੋਸਤਾਂ ਤੇ ਇਲਜ਼ਾਮ ਲੱਗੇ ਕਿ ਜੇਕਰ ਉਹ ਸਮਾਂ ਰਹਿੰਦੇ ਘਰਦਿਆਂ ਨੂੰ ਦੱਸ ਦਿੰਦੇ ਤਾਂ ਕੋਈ ਕਾਰਵਾਈ ਹੋ ਸਕਦੀ ਸੀ ਅਤੇ ਮੁੰਡੇ ਦੀ ਜਾਨ ਵੀ ਬਚਾਈ ਜਾ ਸਕਦੀ ਸੀ। ਹਰਚਰਨ ਦੀ ਮੌਤ ਨੂੰ ਲੈ ਕੇ ਦੋਸਤਾਂ ਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲੱਗੇ ਅਤੇ ਕਿਹਾ ਗਿਆ ਕਿ ਆਖਿਰਕਾਰ ਉਹਨਾਂ ਨੇ ਹਰਚਰਨ ਦਾ ਸਾਥ ਸਹੀ ਤਰੀਕੇ ਦੇ ਨਾਲ ਕਿਉਂ ਨਹੀਂ ਦਿੱਤਾ। ਦੋਸਤਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਡਰ ਗਏ ਸਨ, ਜਿਸ ਕਰਕੇ ਉਹ ਸਹੀ ਤਰੀਕੇ ਨਾਲ ਗੱਲ ਨੂੰ ਪਹਿਲਾਂ ਨਹੀਂ ਦੱਸ ਪਾਏ। ਪਰਿਵਾਰਕ ਮੈਂਬਰ ਆਪਣਾ ਮੁੰਡਾ ਲੱਭਦੇ ਰਹੇ ਤੇ ਇੱਧਰ ਦੂਸਰੇ ਪਾਸੇ ਖਬਰ ਸਾਹਮਣੇ ਆਈ ਕਿ ਉਹਨਾਂ ਦੇ ਮੁੰਡੇ ਦੀ ਲਾਸ਼ ਮਿਲੀ ਹੈ। ਹਰਚਰਨ ਨੂੰ ਲੱਭਣ ਦੇ ਲਈ ਪਰਿਵਾਰਕ ਮੈਂਬਰ ਬਾਕੀ ਰਿਸ਼ਤੇਦਾਰਾਂ ਅਤੇ ਪਿੰਡ ਵਾਲਿਆਂ ਨੂੰ ਲੈ ਕੇ ਭਾਲ ਕਰਦੇ ਰਹੇ। ਦੋ ਟੁਕੜਿਆਂ ਦੇ ਵਿੱਚ ਕੁਝ ਲੋਕਾਂ ਨੂੰ ਵੰਡ ਕੇ ਇਹ ਹਰਚਰਨ ਨੂੰ ਲੱਭਣ ਅਤੇ ਪੁਲਿਸ ਨੂੰ ਰਿਪੋਰਟ ਲਿਖਵਾਉਣ ਤੁਰ ਪਏ। ਪਰ ਉਸ ਤੋਂ ਬਾਅਦ ਵੀ ਜਦੋਂ ਹਰਚਰਨ ਸਿੰਘ ਨਹੀਂ ਮਿਲਿਆ ਅਤੇ ਮਿਸਿੰਗ ਦੀ ਰਿਪੋਰਟ ਲਿਖਵਾਉਣ ਦੀ ਗੱਲ ਕੀਤੀ ਜਾ ਰਹੀ ਸੀ, ਪਰ ਐਨ ਉਸੇ ਮੌਕੇ ਪਤਾ ਚੱਲਿਆ ਕਿ ਹਰਚਰਨ ਦੀ ਲਾਸ਼ ਮਿਲ ਚੁੱਕੀ ਹੈ। ਦੋਸਤਾਂ ਦੇ ਵੱਲੋਂ ਲੇਟ ਦੱਸਣ ਦਾ ਕਾਰਨ ਇਹ ਸੀ ਕਿ ਉਹ ਡਰ ਗਏ ਸਨ। ਕਿਸੇ ਤੀਸਰੇ ਦੋਸਤ ਦੇ ਵੱਲੋਂ ਇਹ ਸਾਰੀ ਜਾਣਕਾਰੀ ਹਰਚਰਨ ਦੇ ਮਾਪਿਆਂ ਨੂੰ ਦਿੱਤੀ ਗਈ ਸੀ। ਉਹਨਾਂ ਨੇ ਹਰਚਰਨ ਦੇ ਬਾਰੇ ਕੁਝ ਵੀ ਨਹੀਂ ਦੱਸਿਆ ਸੀ। ਜਿਹੜੇ ਮੁੰਡੇ ਨਾਲ ਹਰਚਰਨ ਨੂੰ ਕੁੜੀ ਦੇ ਪਿੰਡ ਲੈ ਕੇ ਗਏ ਸਨ, ਟੀਮਾਂ ਬਣਾ ਕੇ ਘੁੰਮਦਾ ਪਰਿਵਾਰ ਆਪਣੇ ਮੁੰਡੇ ਹਰਚਰਨ ਨੂੰ ਲੱਭਦਾ ਰਿਹਾ, ਪਰ ਹਰਚਰਨ ਦੀ ਲਾਸ਼ ਬਰਾਮਦ ਹੋਈ। ਲਾਸ਼ ਮਿਲਣ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜੀ ਕਾਰਗੁਜ਼ਾਰੀ ਕੀਤੀ ਗਈ ਹੈ, ਜਿਹੜੀ ਕਾਰਵਾਈ ਕੀਤੀ ਗਈ ਹੈ, ਉਸ ਤੋਂ ਨਾਖੁਸ਼ ਪਰਿਵਾਰ ਦੇ ਵੱਲੋਂ ਇੱਕ ਐਪਲੀਕੇਸ਼ਨ ਲਿਖ ਦਿੱਤੀ ਗਈ ਕਿ ਇਹ ਸਾਰਾ ਮਾਮਲਾ ਕਿਸੇ ਹੋਰ ਕੋਲ ਸੌਂਪਿਆ ਜਾਣਾ ਚਾਹੀਦਾ ਹੈ। ਪੁਲਿਸ ਨੇ ਵੀ ਸਹਿਯੋਗ ਦਿੰਦੇ ਹੋਏ ਇਸੇ ਤਰ੍ਹਾਂ ਹੀ ਕੀਤਾ ਅਤੇ ਮਾਮਲਾ ਹੁਣ ਕ੍ਰਾਈਮ ਬ੍ਰਾਂਚ ਅਤੇ ਸਿੱਟ ਦੇ ਕੋਲ ਹੈ। ਦੱਸਦੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਹੀ ਰਿਪੋਰਟ ਸਾਹਮਣੇ ਆਵੇਗੀ, ਜਿਸ ਦੇ ਵਿੱਚ ਹੁਣ ਕਿਸ ਤਰ੍ਹਾਂ ਦੇ ਨਾਲ ਤਫਤੀਸ਼ ਕੀਤੀ ਗਈ ਹੈ ਇਹ ਵੀ ਪਤਾ ਲੱਗੇਗਾ। ਉਸੇ ਆਧਾਰ ਤੇ ਅੱਗੇ ਦੀ ਕਾਰਵਾਈ ਹੋਵੇਗੀ। ਦੇਖਣਾ ਹੋਵੇਗਾ ਕਿ ਹਰਚਰਨ ਅਤੇ ਉਸਦੇ ਪਰਿਵਾਰ ਨੂੰ ਇਨਸਾਫ ਮਿਲਦਾ ਹੈ ਜਾਂ ਫਿਰ ਨਹੀਂ।